ਤੇ ਅੱਜ ਤੱਕ ਇਹ ਸਵਾਲ ਹੀ ਬਣਿਆ ਹੋਇਆ ਹੈ ਕਿ ਇਹ ਪਿਰਾਮਿਡ ਕਿਸਨੇ ਬਣਾਏ ਹਨ। ਕੀ ਇਹ ਪਿਰਾਮਿਡ ਏਲੀਅਨਸ ਨੇ ਬਣਾਏ ਹਨ ਜਾਂ ਇਹ ਉੱਥੋਂ ਦੇ ਲੋਕਾਂ ਨੇ ਬਣਾਏ ਹਨ। ਪਹਿਲਾਂ ਲੋਕਾਂ ਨੇ ਕਿਹਾ ਕਿ ਇਹ ਮਕਬਰੇ ਹਨ, ਪਰ ਜੇ ਇਹ ਮਕਬਰੇ ਹਨ ਤਾਂ ਇਹਨਾਂ ਵਿੱਚ ਕਬਰਾਂ ਦਾ ਵੀ ਹੋਣਾ ਬਹੁਤ ਹੀ ਜ਼ਰੂਰੀ ਹੈ। ਪਰ ਕਿਸੇ ਵੀ ਪਿਰਾਮਿਡ ਵਿੱਚ ਇੱਕ ਵੀ ਕਬਰ ਨਹੀਂ ਮਿਲੀ। ਤੇ ਸਭ ਤੋਂ ਵੱਡਾ ਡਰਾਵਾ ਸੱਚ ਤਾਂ ਉਦੋਂ ਸਾਹਮਣੇ ਆਇਆ ਜਦੋਂ ਇਹ ਪਿਰਾਮਿਡ ਹੌਲੀ-ਹੌਲੀ ਸਾਰੀ ਦੁਨੀਆ ਵਿੱਚ ਮਿਲਦੇ ਗਏ। ਤੇ ਗੀਜ਼ਾ ਦੇ ਪਿਰਾਮਿਡ ਤੋਂ ਛੋਟੇ ਪਿਰਾਮਿਡ ਸੁਡਾਨ ਵਿੱਚ ਮਿਲੇ, ਜਿਨ੍ਹਾਂ ਦੀ ਸੰਖਿਆ 255 ਸੀ। ਤੇ ਐਵੇਂ ਦੇ ਹੀ ਹੋਰ ਪਿਰਾਮਿਡ ਦੱਖਣੀ ਅਮਰੀਕਾ ਤੇ ਚਾਈਨਾ ਵਿੱਚ ਵੀ ਮਿਲੇ ਸੀ। ਤੇ ਅੱਜ ਅਸੀਂ ਇਸ ਵੀਡੀਓ ਵਿੱਚ ਪਿਰਾਮਿਡ ਦੇ ਨਾਲ ਜੁੜੇ ਹੋਏ 11 ਰਹੱਸਿਆਂ ਬਾਰੇ ਜਾਣਾਂਗੇ, ਜਿਨ੍ਹਾਂ ਬਾਰੇ ਅੱਜ ਤੱਕ ਕੋਈ ਨਹੀਂ ਜਾਣ ਸਕਿਆ। ਤੇ ਪਹਿਲਾ ਰਹੱਸ ਇਹ ਹੈ ਕਿ ਪਿਰਾਮਿਡ ਦੀਆਂ 8 ਸਾਈਡਾਂ ਹਨ। ਅੱਜ ਤੱਕ ਅਸੀਂ ਇਹੀ ਸਮਝਦੇ ਰਹੇ ਕਿ ਪਿਰਾਮਿਡ ਦੀਆਂ 4 ਸਾਈਡਾਂ ਹਨ, ਪਰ ਗੀਜ਼ਾ ਦੇ ਮਹਾਨ ਪਿਰਾਮਿਡ ਦੀਆਂ 8 ਸਾਈਡਾਂ ਹਨ। 1940 ਵਿੱਚ ਇੱਕ ਬ੍ਰਿਟਿਸ਼ ਪਾਇਲਟ ਨੇ ਜਦੋਂ ਗੀਜ਼ਾ ਦੇ ਪਿਰਾਮਿਡ ਦੀ ਇੱਕ ਉੱਪਰ ਤੋਂ ਤਸਵੀਰ ਖਿੱਚੀ ਤਾਂ ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਗੀਜ਼ਾ ਦੇ ਪਿਰਾਮਿਡ ਦੀਆਂ ਅਸਲ ਵਿੱਚ 8 ਸਾਈਡਾਂ ਹਨ। ਉਸ ਪਾਇਲਟ ਨੇ ਦੇਖਿਆ ਕਿ ਪਿਰਾਮਿਡ ਦੇ 4 ਭਾਗ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ, ਜੋ ਕਿ ਬਿਲਕੁਲ ਹੀ ਬਰਾਬਰ ਹਨ। ਇੱਥੋਂ ਤੱਕ ਤਾਂ ਠੀਕ ਸੀ, ਪਰ ਸਭ ਤੋਂ ਵੱਡਾ ਰਹੱਸ ਇਸ ਵਿੱਚ ਇਹ ਸੀ ਕਿ ਇਹ 8 ਦੀਆਂ 8 ਸਾਈਡਾਂ ਉਦੋਂ ਦਿਖਾਈ ਦਿੰਦੀਆਂ ਹਨ ਜਦੋਂ ਸਰਦੀ ਦੀ ਰੁੱਤ ਹੋਵੇ ਤੇ ਬਸੰਤ ਦੀ ਰੁੱਤ ਹੋਵੇ, ਤੇ ਉਦੋਂ ਸੂਰਜ ਜਦੋਂ ਛਿਪ ਰਿਹਾ ਹੋਵੇ ਉਸ ਸਮੇਂ ਹੀ ਇਸ ਨੂੰ ਦੇਖਿਆ ਜਾ ਸਕਦਾ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਮਿਸਰ ਦੇ ਵਾਸੀ ਉਦੋਂ ਤੋਂ ਹੀ ਸੂਰਜ ਦੇ ਚੱਕਰ ਅਤੇ ਗਣਿਤ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ। ਤੇ ਸਵਾਲ ਹੁਣ ਇਹੀ ਉੱਠਦਾ ਹੈ ਕਿ ਉਦੋਂ ਮਿਸਰ ਵਾਸੀਆਂ ਨੂੰ ਇਹ ਮੈਥ ਕਿੰਨੇ ਸਿਖਾਇਆ ਸੀ। ਨੰਬਰ 2, ਸਾਰੀ ਦੁਨੀਆ ਵਿੱਚ ਪਿਰਾਮਿਡ ਦਾ ਇੱਕੋ ਵਰਗਾ ਹੋਣਾ। ਜਦੋਂ ਇਹ ਪਿਰਾਮਿਡ ਬਣੇ ਸੀ ਤਾਂ ਉਦੋਂ ਸੰਚਾਰ ਦੇ ਸਾਧਨ ਦੁਨੀਆ ਵਿੱਚ ਬਿਲਕੁਲ ਨਾ ਮਾਤਰ ਹੀ ਸਨ। ਉਸ ਸਮੇਂ ਐਵੇਂ ਦਾ ਕੋਈ ਇੰਟਰਨੈਟ ਨਹੀਂ ਸੀ ਜਿਸ ਨਾਲ ਇਹ ਇੱਕ ਦੂਜੇ ਨੂੰ ਸੰਦੇਸ਼ ਭੇਜ ਸਕਣ ਤੇ ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਧਰਤੀ ਦੇ ਇੱਕ ਕੋਨੇ ਦੇ ਉੱਤੇ ਅਜਿਹੇ ਪਿਰਾਮਿਡ ਬਣੇ ਹਨ ਤਾਂ ਦੂਜੇ ਪਾਸੇ ਵੀ ਅਜਿਹੇ ਪਿਰਾਮਿਡ ਬਣਾਉਣੇ ਹਨ। ਇੱਥੋਂ ਤੱਕ ਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਜਾਣਾ ਬਹੁਤ ਹੀ ਮੁਸ਼ਕਿਲ ਹੁੰਦਾ ਸੀ। ਤੇ ਸਵਾਲ ਇਹ ਉੱਠਦਾ ਹੈ ਕਿ ਫਿਰ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਇੱਕੋ ਸਮੇਂ ਤੇ ਉੱਤੇ ਪੂਰੀ ਧਰਤੀ ਵਿੱਚ ਪਿਰਾਮਿਡ ਦਾ ਨਿਰਮਾਣ ਕੀਤਾ। ਧਰਤੀ ਦੇ ਇੱਕ ਕੋਨੇ ਦੇ ਰਹਿੰਦੇ ਲੋਕਾਂ ਨੂੰ ਕਿਵੇਂ ਪਤਾ ਲੱਗਿਆ ਕਿ ਧਰਤੀ ਦੇ ਦੂਜੇ ਸਿਰੇ ਵਿੱਚ ਵੀ ਪਿਰਾਮਿਡ ਬਣ ਰਹੇ ਹਨ ਤੇ ਅਸੀਂ ਵੀ ਉਵੇਂ ਦੇ ਪਿਰਾਮਿਡ ਬਣਾਈਏ। ਇਹਨਾਂ ਸਾਰੇ ਪਿਰਾਮਿਡ ਨੂੰ ਦੇਖਣ ਤੋਂ ਲੱਗਦਾ ਹੈ ਕੋਈ ਉਸ ਸਮੇਂ ਅਜਿਹਾ ਸੀ ਜੋ ਇਹਨਾਂ ਨੂੰ ਇਹ ਦੱਸ ਰਿਹਾ ਸੀ ਕਿ ਤੁਸੀਂ ਕਿਸ ਤਰ੍ਹਾਂ ਦੇ ਪਿਰਾਮਿਡ ਬਣਾਉਣੇ ਹਨ। ਜੇ ਅੱਜ ਅਸੀਂ ਇੰਟਰਨੈਟ ਦੇ ਜ਼ਮਾਨੇ ਦੀ ਗੱਲ ਕਰਦੇ ਹਾਂ ਤਾਂ ਅੱਜ ਵੀ ਅਲੱਗ-ਅਲੱਗ ਦੇਸ਼ਾਂ ਦੀ ਇਮਾਰਤ ਬਣਾਉਣ ਦੀ ਸ਼ੈਲੀ ਵੀ ਅਲੱਗ-ਅਲੱਗ ਪਾਈ ਜਾਂਦੀ ਹੈ। ਕੁਝ ਵਿਗਿਆਨੀ ਇਸ ਨੂੰ ਗਲੋਬਲ ਕਲੈਕਟਿਵਨੈਸ ਕਹਿੰਦੇ ਹਨ, ਜਿਸ ਦਾ ਮਤਲਬ ਹੁੰਦਾ ਹੈ ਤੇ ਪੂਰੀ ਦੁਨੀਆ ਦੇ ਇਨਸਾਨ ਇੱਕ ਸਮੇਂ ਵਿੱਚ ਇੱਕ ਹੀ ਵਰਗਾ ਸੋਚਦੇ ਹਨ ਤੇ ਇੱਕ ਹੀ ਵਰਗਾ ਕੰਮ ਕਰਦੇ ਹਨ। ਇਸ ਤਰ੍ਹਾਂ ਦੀ ਸਮੂਹਿਕ ਚੇਤਨਾ ਜਾਨਵਰਾਂ ਵਿੱਚ ਤਾਂ ਪਾਈ ਜਾਂਦੀ ਹੈ, ਪਰ ਕੀ ਅਸੀਂ ਇਨਸਾਨ ਵੀ ਅਜਿਹਾ ਕਰਦੇ ਹਾਂ। ਨੰਬਰ 3, ਕੀ ਪਿਰਾਮਿਡ ਕਬਰਾਂ ਵਾਸਤੇ ਬਣਾਏ ਗਏ ਸੀ? ਪਰ ਜੇ ਇਹਨਾਂ ਪਿਰਾਮਿਡਸ ਨੂੰ ਦੇਖੀਏ ਤਾਂ ਕਿਸੇ ਵੀ ਪਿਰਾਮਿਡ ਵਿੱਚ ਇੱਕ ਵੀ ਕਬਰ ਨਹੀਂ ਪਾਈ ਗਈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਕਬਰਾਂ ਨੂੰ ਲੁਟੇਰਿਆਂ ਨੇ ਲੁੱਟ ਲਿਆ ਹੋਵੇਗਾ, ਪਰ ਇੰਨੀਆਂ ਜ਼ਿਆਦਾ ਕਬਰਾਂ ਨੂੰ ਲੁਟੇਰਿਆਂ ਵੱਲੋਂ ਲੁੱਟਣਾ ਬਹੁਤ ਹੀ ਅਜੀਬ ਗੱਲ ਲੱਗਦੀ ਹੈ। ਇੱਥੋਂ ਤੱਕ ਕਿ ਕਈ ਪਿਰਾਮਿਡਾਂ ਵਿੱਚ ਤਾਂ ਤਾਬੂਤ ਤੱਕ ਵੀ ਨਹੀਂ ਮਿਲੇ। ਤਾਂ ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਜੋ ਪਿਰਾਮਿਡ ਹਨ ਕਿਸੇ ਹੋਰ ਕਾਰਨ ਕਰਕੇ ਬਣਾਏ ਗਏ ਸੀ। ਤੇ ਚੌਥਾ ਰਹੱਸ ਹੈ ਵਜਨ ਤੇ ਦੂਰੀ। ਪਿਰਾਮਿਡ ਦੀਆਂ ਅੰਦਰੂਨੀ ਦੀਵਾਰਾਂ ਗ੍ਰੇਨਾਈਟ ਬਲਾਕ ਨਾਲ ਬਣਾਈਆਂ ਗਈਆਂ ਸੀ ਤੇ ਇਹਨਾਂ ਬਲਾਕਸ ਦੀ ਸੰਖਿਆ 130 ਹੈ। ਤੇ ਕਈ ਆਰਕੀਟੈਕਚਰਾਂ ਦਾ ਮੰਨਣਾ ਹੈ ਕਿ ਇਹ ਗੀਜ਼ਾ ਦੇ ਪਿਰਾਮਿਡ ਦੇ ਆਸ-ਪਾਸ ਵੀ ਨਹੀਂ ਮਿਲਦੇ। ਤੇ ਕਈ ਵਿਸ਼ੇਸ਼ਗਿਆਂ ਦਾ ਮੰਨਣਾ ਹੈ ਕਿ ਪਿਰਾਮਿਡ ਦੇ ਅੰਦਰ ਜੋ ਸੁਰੰਗਾਂ ਹਨ ਉਹ ਬਹੁਤ ਹੀ ਤੰਗ ਹਨ, ਜਿਨ੍ਹਾਂ ਵਿੱਚ ਕੰਮ ਕਰਨਾ ਬਹੁਤ ਹੀ ਮੁਸ਼ਕਿਲ ਰਿਹਾ ਹੋਵੇਗਾ। ਤੇ ਉਸ ਸਮੇਂ ਇਹਨਾਂ ਵਿੱਚ ਕੰਮ ਕਰਨ ਲਈ ਬਹੁਤ ਸਾਰੇ ਸਪੈਸ਼ਲ ਟੂਲ ਤੇ ਜਿਓਮੈਟਰੀ ਦੀ ਲੋੜ ਪਈ ਹੋਵੇਗੀ। ਪਰ ਅੱਜ ਤੋਂ 4000 ਸਾਲ ਪਹਿਲਾਂ ਇਹ ਇੱਕ ਨਾਮੁਮਕਿਨ ਜੀ ਗੱਲ ਲੱਗਦੀ ਹੈ। ਤੇ ਪੰਜਵਾਂ ਰਹੱਸ ਇਹ ਹੈ ਕਿ ਪਿਰਾਮਿਡ ਵਿੱਚ ਯੂਜ਼ ਹੋਣ ਵਾਲਾ ਅਲੱਗ-ਅਲੱਗ ਆਕਾਰ ਦਾ ਪੱਥਰ ਹੋਣ ਦੇ ਬਾਵਜੂਦ ਵੀ ਆਪਣੀ ਜਗ੍ਹਾ ਤੇ ਸਥਿਤ ਹੈ। ਤੇ ਛੇਵਾਂ ਰਹੱਸ ਇਹ ਹੈ ਕਿ ਉਸ ਸਮੇਂ ਇਹਨਾਂ ਨੂੰ ਦਿਸ਼ਾ ਦਾ ਗਿਆਨ ਕਿਵੇਂ ਸੀ। ਗੀਜ਼ਾ ਦੇ ਪਿਰਾਮਿਡ ਨੂੰ 500 ਡਿਗਰੀ ਦੇ ਨਾਲ ਉੱਤਰ ਦਿਸ਼ਾ ਨਾਲ ਜੋੜ ਕੇ ਬਣਾਇਆ ਗਿਆ ਹੈ, ਜੋ ਬਿਲਕੁਲ ਹੀ ਸਹੀ ਹੈ, ਜਦੋਂ ਕਿ ਸਾਨੂੰ 17ਵੀਂ ਸਦੀ ਵਿੱਚ ਜਾ ਕੇ ਪਤਾ ਚੱਲਿਆ ਸੀ ਕਿ ਜੋ 500 ਡਿਗਰੀ ਤੇ ਧਰੁਵ ਹੁੰਦਾ ਹੈ ਉਹ ਬਿਲਕੁਲ ਸਹੀ ਉੱਤਰ ਹੁੰਦਾ ਹੈ। ਸੱਤਵਾਂ ਰਹੱਸ, ਕਈ ਵਿਸ਼ੇਸ਼ਗਿਆਂ ਦਾ ਕਹਿਣਾ ਹੈ ਕਿ ਪਿਰਾਮਿਡ ਨੂੰ ਬਣਾਉਣ ਵਾਸਤੇ 20 ਵਰਿਆਂ ਦਾ ਸਮੇਂ ਲੱਗਿਆ ਸੀ, ਜਿਸ ਨੂੰ 2 ਮਿਲੀਅਨ ਬਲਾਕਸ ਨਾਲ ਬਣਾਇਆ ਗਿਆ ਸੀ
ਤੇ ਉਸ ਸਮੇਂ 12 ਘੰਟਿਆਂ ਦੀ ਸ਼ਿਫਟ ਹੁੰਦੀ ਸੀ, ਉਹ ਵੀ ਸਾਲ ਦੇ 365 ਦਿਨਾਂ ਦੇ ਵਿੱਚ। ਤੇ ਇਸ 20 ਸਾਲਾਂ ਦੇ ਹਿਸਾਬ ਨਾਲ ਇੱਕ ਪੱਥਰ ਨੂੰ ਕੱਟਣਾ, ਤਰਾਸ਼ਣਾ ਤੇ ਉਸ ਨੂੰ ਆਪਣੀ ਜਗ੍ਹਾ ਫਿੱਟ ਕਰਨ ਵਿੱਚ ਲਗਭਗ 1.5 ਮਿੰਟ ਦਾ ਟਾਈਮ ਲੱਗਿਆ ਹੋਵੇਗਾ। ਤੇ ਇਹ ਗੱਲ ਕਿੰਨੀ ਅਜੀਬ ਲੱਗਦੀ ਹੈ ਕਿ ਇੱਕ ਬਹੁਤ ਵੱਡੇ ਪੱਥਰ ਨੂੰ ਕੱਟਣਾ, ਤਰਾਸ਼ਣਾ ਤੇ ਉਸ ਨੂੰ ਆਪਣੀ ਜਗ੍ਹਾ ਫਿੱਟ ਕਰਨ ਵਿੱਚ ਸਿਰਫ 1.5 ਮਿੰਟ ਦਾ ਟਾਈਮ ਕਿਵੇਂ ਲੱਗ ਸਕਦਾ ਹੈ। ਤੇ 8ਵਾਂ ਰਹੱਸ ਹੈ ਸਾਦੇ ਔਜ਼ਾਰਾਂ ਦਾ ਹੋਣਾ। ਕਈ ਵਿਸ਼ੇਸ਼ਗਿਆਂ ਦਾ ਕਹਿਣਾ ਹੈ ਕਿ ਇਹਨਾਂ ਪਿਰਾਮਿਡਸ ਨੂੰ ਸਾਦੇ ਔਜ਼ਾਰਾਂ ਨਾਲ ਬਣਾਇਆ ਗਿਆ ਸੀ, ਜਿਸ ਦੇ ਵਿੱਚ ਤਾਂਬੇ ਦੀ ਛੈਣੀ ਤੇ ਪੱਥਰ ਦੀ ਹਥੌੜੀ ਦਾ ਇਸਤੇਮਾਲ ਕੀਤਾ ਗਿਆ ਸੀ। ਤੇ ਇਹ ਸੁਣਨ ਵਿੱਚ ਕਿੰਨਾ ਜ਼ਿਆਦਾ ਅਜੀਬ ਲੱਗਦਾ ਹੈ ਕਿ ਏਡੇ ਵੱਡੇ ਪਿਰਾਮਿਡ ਨੂੰ ਇੱਕ ਤਾਂਬੇ ਦੀ ਛੈਣੀ ਤੇ ਇੱਕ ਪੱਥਰ ਦੀ ਹਥੌੜੀ ਨਾਲ ਕਿਵੇਂ ਬਣਾਇਆ ਜਾ ਸਕਦਾ ਹੈ। ਜੇ ਆਪਾਂ ਅੱਜ ਦੇ ਜ਼ਮਾਨੇ ਦੀ ਗੱਲ ਕਰੀਏ ਤਾਂ ਅੱਜ ਦੇ ਜ਼ਮਾਨੇ ਵਿੱਚ ਸਾਡੇ ਕੋਲ ਸਪੈਸ਼ਲ ਕੰਪਿਊਟਰ ਤੇ ਵੱਡੀਆਂ ਕਰੇਨਾਂ ਹਨ ਤੇ ਬਹੁਤ ਸਾਰੇ ਸਮਾਰਟ ਟੂਲ ਵੀ ਹਨ, ਪਰ ਅੱਜ ਦੇ ਜ਼ਮਾਨੇ ਵਿੱਚ ਵੀ ਅਜਿਹੀਆਂ ਵੱਡੀਆਂ ਇਮਾਰਤਾਂ ਖੜਾ ਕਰਨਾ ਬਹੁਤ ਹੀ ਵੱਡਾ ਕੰਮ ਹੈ। ਤੇ 9ਵਾਂ ਰਹੱਸ ਹੈ ਪਿਰਾਮਿਡ ਦਾ ਬਹੁਤ ਹੀ ਖਾਸ ਜਗ੍ਹਾ ਤੇ ਹੋਣਾ। ਕਈ ਵਿਸ਼ੇਸ਼ਗਿਆਂ ਦਾ ਕਹਿਣਾ ਹੈ ਕਿ ਇਹਨਾਂ ਪਿਰਾਮਿਡਸ ਨੂੰ ਅਨਾਜ ਦੀ ਸਟੋਰੇਜ ਵਾਸਤੇ ਬਣਾਇਆ ਗਿਆ ਸੀ, ਪਰ ਬਾਅਦ ਵਿੱਚ ਪਤਾ ਚੱਲਿਆ ਕਿ ਇਹ ਪਿਰਾਮਿਡਸ ਤਾਂ ਧਰਤੀ ਦੀ ਬਹੁਤ ਹੀ ਖਾਸ ਜਗ੍ਹਾ ਤੇ ਬਣੇ ਹੋਏ ਹਨ, ਜੋ ਕਿ ਪੂਰੀ ਧਰਤੀ ਦੇ ਇੱਕ ਤਰ੍ਹਾਂ ਸੈਂਟਰ ਵਿੱਚ ਬਣੇ ਹੋਏ ਹਨ। ਇਹ ਉਹ ਜਗ੍ਹਾ ਹੈ ਜਿਸ ਉੱਤੇ ਪੂਰੀ ਧਰਤੀ ਦੀਆਂ ਅਕਸ਼ਾਂਸ਼ ਤੇ ਦਿਕਸ਼ਾਂਸ਼ ਰੇਖਾਵਾਂ ਆ ਕੇ ਇੱਕ ਜਗ੍ਹਾ ਮਿਲਦੀਆਂ ਹਨ। ਜਿਵੇਂ ਕਿ ਮਿਸਰ ਵਾਸੀਆਂ ਨੂੰ ਪਹਿਲਾਂ ਤੋਂ ਹੀ ਪਤਾ ਹੋਵੇ ਕਿ ਇਸ ਜਗ੍ਹਾ ਉੱਤੇ ਕਿਸੇ ਖਾਸ ਪ੍ਰਕਾਰ ਦੀ ਸ਼ਕਤੀ ਦਾ ਆਉਣਾ ਜਾਣਾ ਹੁੰਦਾ ਹੈ ਤੇ ਉਹ ਇਸ ਸ਼ਕਤੀ ਦਾ ਇਸਤੇਮਾਲ ਵੀ ਕਰਦੇ ਹੋਣਗੇ। ਤੇ 10ਵਾਂ ਰਹੱਸ ਸੀ ਓਰੀਅਨ ਬੈਲਟ ਨਾਲ ਸਮਾਨਤਾ। ਗੀਜ਼ਾ ਦੇ ਪਿਰਾਮਿਡ ਤੇ ਟਿਊਟੀਹੋਕੈਨ ਦੇ ਪਿਰਾਮਿਡ ਓਰੀਅਨ ਤਾਰਿਆਂ ਦੀ ਬੈਲਟ ਨਾਲ ਮਿਲਦੇ ਜੁਲਦੇ ਹਨ ਤੇ ਇਹ ਕੋਈ ਇਤਫਾਕ ਨਹੀਂ ਹੋ ਸਕਦਾ ਕਿ ਇਹਨਾਂ ਤਾਰਿਆਂ ਦੇ ਨਾਲ ਇਹਨਾਂ ਪਿਰਾਮਿਡਸ ਨੂੰ ਬਣਾਇਆ ਗਿਆ ਸੀ, ਕਿਉਂਕਿ ਮਿਸਰ ਵਾਸੀਆਂ ਦਾ ਮੰਨਣਾ ਸੀ ਕਿ ਉਹਨਾਂ ਦੇ ਦੇਵਤਾ ਓਰੀਅਨ ਨਕਸ਼ਤਰਾਂ ਤੋਂ ਆਏ ਹਨ ਤੇ ਉਸ ਤੋਂ ਬਾਅਦ ਵੀ ਓਰੀਅਨ ਨਕਸ਼ਤਰਾਂ ਤੋਂ ਆਉਂਦੇ ਰਹਿਣਗੇ। ਇਸ ਕਰਕੇ ਉਹਨਾਂ ਨੇ ਓਰੀਅਨ ਤਾਰਿਆਂ ਨੂੰ ਦੇਖਦੇ ਹੋਏ ਇਹਨਾਂ ਪਿਰਾਮਿਡਸ ਨੂੰ ਡਿਜ਼ਾਈਨ ਕੀਤਾ। ਤੇ 11ਵਾਂ ਰਹੱਸ ਹੈ ਗੁਪਤ ਕਮਰਿਆਂ ਦਾ ਹੋਣਾ। ਗੀਜ਼ਾ ਦੇ ਪਿਰਾਮਿਡ ਵਿੱਚ ਬਹੁਤ ਸਾਰੇ ਗੁਪਤ ਦਰਵਾਜ਼ੇ ਹਜੇ ਵੀ ਦੱਬੇ ਹੋਏ ਹਨ। ਜਦੋਂ ਵਿਗਿਆਨੀਆਂ ਨੇ ਸੋਨਾਰ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਇਹ ਪਾਇਆ ਕਿ ਇਸ ਦੇ ਥੱਲੇ ਬਹੁਤ ਸਾਰੇ ਸੀਕ੍ਰੇਟ ਗੁਫਾਵਾਂ ਹਨ ਤੇ ਬਹੁਤ ਸਾਰੇ ਅਜਿਹੇ ਕਮਰੇ ਹਨ ਜਿਸ ਤੱਕ ਅਜੇ ਵੀ ਸਾਨੂੰ ਪਹੁੰਚਣਾ ਬਾਕੀ ਹੈ। ਅਜੇ ਤਾਂ ਅਸੀਂ ਸਿਰਫ ਕੁਝ ਕਮਰਿਆਂ ਤੱਕ ਹੀ ਪਹੁੰਚੇ ਹਾਂ ਤੇ ਇਹ ਸੁਣਨ ਵਿੱਚ ਬਹੁਤ ਹੀ ਅਜੀਬ ਲੱਗਦਾ ਹੈ ਕਿ ਐਡੇ ਵੱਡੇ ਭਵਨ ਵਿੱਚ ਸਿਰਫ ਕੁਝ ਹੀ ਕਮਰੇ ਕਿਵੇਂ ਹੋ ਸਕਦੇ ਹਨ। ਤੇ 2000 ਸਾਲ ਪਹਿਲਾਂ ਰੋਮ ਦੇ ਇੱਕ ਭੂ ਵਿਗਿਆਨਿਕ ਜਿਸ ਦਾ ਨਾਮ ਸਟਰਬੋ ਸੀ, ਉਸਨੇ ਪਿਰਾਮਿਡ ਵਿੱਚ ਦਾਖਲ ਹੋਣ ਦਾ ਉੱਤਰੀ ਦਰਵਾਜ਼ਾ ਖੋਜ ਕੱਢਿਆ ਸੀ ਤੇ ਉਹਨਾਂ ਗੁਫਾਵਾਂ ਤੇ ਕਮਰਿਆਂ ਵਿੱਚ ਜੋ ਕਿ ਸੁਨਾਰ ਵਿੱਚ ਦਿਖਾਈ ਦਿੱਤੇ ਸੀ, ਆਖਿਰ ਅਜਿਹਾ ਕੀ ਹੈ ਅੱਜ ਤੱਕ ਕੋਈ ਵੀ ਨਹੀਂ ਜਾਣਦਾ ਹੈ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਵਿੱਚ ਜਰੂਰ ਲਿਖ ਦਿਓ। ਐਵੇਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।